ਗੁਰੂ ਸਾਹਿਬ ਜੀ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਹੂੰ ਕਰੀ ਵਖਿਆਨ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਬਸੰਤ ਮਹਿਲਾ ਨੌਵਾਂ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ, ਕਰ ਬੈਠੋ ਵਿਸਰਾਮ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ, ਕਰ ਬੈਠੋ ਵਿਸਰਾਮ। ਰਹਾਉ ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਮ ਕਾ ਸੰਸਾਰ ਚੁਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾ ਕੋ ਹੋਤ ਦਿਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੇ। ਕਹੋ ਨਾਨਕ ਏ ਵਿਦ ਕੀ ਸੰਪੈ, ਕਉ ਗੁਰਮੁਖ ਪਾਵੈ। ਜਾ ਕੋ ਹੋਤ ਦਿਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੇ। ਕਹੋ ਨਾਨਕ ਏ ਵਿਦ ਕੀ ਸੰਪੈ, ਕਉ ਗੁਰਮੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਕੇ ਬੋਹਿਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਗੁਰੂ ਦੀ ਬਾਣੀ ਦਾ ਜੋ ਪ੍ਰਸਾਰਨ ਹੋ ਰਿਹਾ ਹੈ, ਉਸ ਨਾਲ ਜੁੜਨ ਵਾਲੇ ਜਿਤਨੇ ਵੀ ਗੁਰਮੁਖ ਸੱਜਣ ਹਨ, ਸਾਰੇ ਹੀ ਵੱਡੇ ਭਾਗਾਂ ਵਾਲੇ ਹਨ। ਕਿਉਂਕਿ ਸਿੱਖ ਦਾ ਜੋ ਹਿਰਦੇ ਦਾ ਧੁਰਾ ਹੈ, ਕੇਂਦਰ ਹੈ, ਜਾਂ ਸਿੱਖ ਦੀ ਜੋ ਹੋਂਦ ਹੈ, ਉਹ ਗੁਰੂ ਸਾਹਿਬ ਜੀ ਦੀ ਬਾਣੀ ਕਰਕੇ ਹੈ। ਇਸ ਕਰਕੇ ਬਾਣੀ ਨਾਲ ਜੁੜਨਾ ਔਰ ਆਪਣੇ ਮਨ ਨੂੰ ਪ੍ਰਭੂ ਦੇ ਨਾਲ ਜੋੜਨਾ, ਇਹ ਗੁਰੂ ਸਾਹਿਬ ਜੀ ਦਾ ਮਨੋਰਥ ਹੈ ਹਰ ਸਿੱਖ ਨੂੰ, ਜੋ ਗੁਰਬਾਣੀ ਦੇ ਰਾਹੀਂ ਸਤਿਗੁਰ ਨੇ ਸਮਝਾਇਆ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ
ਅੰਮ੍ਰਿਤ ਬਾਣੀ ਜਿਸ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਬਸੰਤ ਰਾਗ ਦਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਤੀਜਾ ਸ਼ਬਦ ਹੈ। ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੋਟਿਓ, ਕਰ ਬੈਠੋ ਵਿਸਰਾਮ। ਇਹ ਪਾਵਨ ਸ਼ਬਦ ਪਾਵਨ ਅੰਕ 1186 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਆਓ ਅੱਜ ਦੇ ਇਸ ਪਾਵਨ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨੋਬਿਰਤੀਆਂ ਇਕਾਗਰ ਕਰੋ ਜੀ। ਸਾਹਿਬਾਨ ਝੁਕਾਓ ਸੀਸ, ਪ੍ਰੇਮ ਸਹਿਤ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਗੱਲ ਹੁੰਦੀ ਹੈ, ਹਰ ਇੱਕ ਬੱਚਾ ਆਪਣੇ ਨਾਲ ਵਰਤਣ ਵਾਲੀ ਗੱਲ ਆਪਣੀ ਮਾਂ ਨੂੰ ਆਖਦਾ ਹੈ। ਮਾਂ ਨੂੰ ਸੰਬੋਧਨ ਕਰਦਾ ਹੈ ਕਿ ਮਾਂ ਮੇਰੇ ਨਾਲ ਇਹ ਹੋਇਆ, ਮੇਰੇ ਨਾਲ ਇਹ ਵਰਤਿਆ। ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਜੋ ਵਚਨ ਕੀਤੇ ਆਖਣ ਲੱਗੇ ਮਾਈ। ਮਾਈ ਦਾ ਅਰਥ ਹੈ ਹੇ ਮੇਰੀ ਮਾਂ, ਮੈਂ ਤਨ ਪਾਇਓ ਹਰ ਨਾਮ। ਹੇ ਮੇਰੀ ਮਾਂ, ਜਦੋਂ ਦਾ ਮੈਂ ਗੁਰੂ ਦੀ ਸ਼ਰਨ ਵਿੱਚ ਪਿਆ ਹਾਂ, ਮੈਂ ਪਰਮਾਤਮਾ ਨਾਲ ਨਾਮ ਧਨ ਹਾਸਲ ਕਰ ਲਿਆ, ਪ੍ਰਾਪਤ ਕਰ ਲਿਆ, ਮੈਨੂੰ ਮਿਲ ਗਿਆ। ਆਓ ਕਿ ਮਾਂ ਨੂੰ ਸੰਬੋਧਨ ਕਰਦੇ ਹਾਂ। ਹੁਣ ਇੱਥੇ ਇਹ ਵੀ ਵਿਚਾਰਨ ਵਾਲੀ ਗੱਲ ਹੈ ਕਿ ਉਹ ਮਾਂ ਕਿਹੜੀ ਹੈ। ਹੋ ਸਕਦਾ ਹੈ ਕਿ ਕੋਈ ਬੱਚਾ ਜਨਮੇ ਪਰ ਮਾਂ ਸੰਸਾਰ ਛੱਡ ਕੇ ਜਾ ਚੁੱਕੀ ਹੋਵੇ। ਫਿਰ ਐਸਾ ਬੱਚਾ ਕਿਸ ਨੂੰ ਆਖੇਗਾ ਕਿ ਮਾਂ ਮੈਨੂੰ ਇਹ ਪ੍ਰਾਪਤ ਹੋਇਆ, ਮਾਂ ਮੈਨੂੰ ਇਹ ਪ੍ਰਾਪਤ ਹੋਇਆ? ਉਹ ਕਿਸ ਦੇ ਨਾਲ ਗੱਲ ਕਰੇਗਾ? ਗੁਰਮਤਿ ਵਿੱਚ ਬੜੀ ਬਰੀਕੀਆਂ ਨੇ, ਗੁਰਬਾਣੀ ਦੇ ਵਿੱਚ, ਕਿਉਂਕਿ ਕਈ ਵਾਰੀ ਸੰਸਾਰਿਕ ਤੌਰ ਤੋਂ ਜਦੋਂ ਅਸੀਂ ਦੇਖਾਂਗੇ ਤੇ ਕਈ ਵਾਰੀ ਮਾਂ ਨਹੀਂ ਬਚਦੀ, ਬੱਚਾ ਬਚ ਜਾਂਦਾ ਹੈ। ਕਈ ਵਾਰੀ ਮਾਂ ਛੋਟੇ ਨੂੰ ਛੱਡ ਕੇ ਚਲੀ ਜਾਂਦੀ ਹੈ, ਪਰ ਇੱਕ ਮਾਂ ਹੈ ਜਦੋਂ ਤੋਂ ਸਾਡਾ ਜਨਮ ਹੋਇਆ ਔਰ ਜਿਸ ਦਿਨ ਅਸੀਂ ਸੰਸਾਰ ਤੋਂ ਜਾਵਾਂਗੇ, ਉਹ ਮਾਂ ਸਾਡੇ ਨਾਲ ਰਹਿੰਦੀ ਹੈ। ਇੱਕ ਉਹ ਹੈ ਕਿ ਜਿਸ ਨੇ ਸਾਨੂੰ ਜਨਮ ਦਿੱਤਾ, ਜਿਸ ਮਾਂ ਦੀ ਕੁੱਖ ਦੇ ਵਿੱਚ ਅਸੀਂ 9 ਮਹੀਨੇ ਉਸ ਯਾਤਰਾ ਨੂੰ ਪੂਰੀ ਕਰਦੇ ਹਾਂ, ਜਿਹੜੀ ਯਾਤਰਾ ਸਾਡੇ ਜੀਵਨ ਦੀ ਸ਼ੁਰੂਆਤ ਦੀ ਯਾਤਰਾ ਹੈ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਇਹ ਸਰੀਰ ਦੀ ਜਿਹੜੀ ਸੰਪੂਰਨਤਾ ਹੈ ਉਹ ਮਾਤਾ ਦੇ ਗਰਭ ਵਿੱਚ ਹੁੰਦੀ ਹੈ। ਉਸ ਪੀੜਾ ਨੂੰ ਜਦੋਂ ਸਾਡਾ ਸਰੀਰ ਬਣਦਾ ਹੈ, ਉਸ ਪੀੜਾ ਨੂੰ ਮਾਂ ਆਪਣੇ ਪਿੰਡੇ ਤੇ, ਆਪਣੇ ਸਰੀਰ ਤੇ ਹੰਡਾਉਂਦੀ ਹੈ। ਇਹ ਯਾਦ ਰੱਖਣਾ। ਪਰ ਕਈ ਵਾਰੀ ਇਤਨੀ ਪੀੜਾ ਝੱਲਣ ਤੋਂ ਬਾਅਦ ਮਾਂ ਉਹ ਸੁੱਖ ਦੇਖ ਨਹੀਂ ਪਾਉਂਦੀ ਜਿਸ ਕਰਕੇ ਉਹ ਪੀੜਾ ਚੱਲ ਰਹੀ ਹੁੰਦੀ ਕਿ ਮੇਰੇ ਘਰ 'ਚ ਸੰਤਾਨ ਹੋਵੇ। ਜਿਸ ਤਰ੍ਹਾਂ ਕਹਿ ਲਵਾਂ ਕਿ ਸੰਸਾਰ ਦੇ ਵਿੱਚ ਹਰ ਇੱਕ ਇਸਤਰੀ ਦੀ ਇੱਕ ਦਿਲੀ ਖੁਆਇਸ਼ ਹੈ ਕਿ ਮੈਂ ਮਾਂ ਹੋਵਾਂ, ਮੇਰੇ ਘਰ ਦੇ ਵਿੱਚ ਕੋਈ ਬੱਚਾ ਹੋਵੇ ਜਿਹੜਾ ਮੈਨੂੰ ਮਾਂ ਬੋਲੇ। ਇਸਤਰੀ ਦੀ ਜ਼ਿੰਦਗੀ ਵਿੱਚ ਸਭ ਤੋਂ ਪਵਿੱਤਰ ਸ਼ਬਦ ਹੈ ਮਾਂ, ਕਿ ਕੋਈ ਐਸਾ ਹੋਵੇ ਜਿਹੜਾ ਮੈਨੂੰ ਕਵੇ ਮਾਂ। ਉਹ ਸੁਣ ਕੇ ਬੜੀ ਮਨ ਦੇ ਵਿੱਚ ਖੁਸ਼ ਹੁੰਦੀ ਹੈ, ਬੜੇ ਮਾਣ ਦੇ ਵਿੱਚ ਕਹਿੰਦੀ ਹੈ ਕਿ ਹਾਂ ਮੈਂ ਸੰਤਾਨ ਵਾਲੀ ਹਾਂ, ਕੋਈ ਹੈ ਮੇਰਾ ਵੀ ਜਿਹੜਾ ਮੈਨੂੰ ਮਾਂ ਕਹਿੰਦਾ ਹੈ। ਪਰ ਯਾਦ ਰੱਖਣਾ, ਉਹ ਮਾਂ ਹੋ ਸਕਦਾ ਹੈ ਪੁੱਤਰ ਦੇ ਨਾਲ ਹਰ ਵੇਲੇ ਨਹੀਂ ਰਹੇਗੀ। ਪਰ ਇੱਕ ਮਾਂ ਹੈ ਗੁਰਬਾਣੀ ਦੇ ਮੁਤਾਬਿਕ, ਜਿਹੜੀ ਮਾਂ ਬੰਦੇ ਦੇ ਨਾਲ ਹਰ ਵੇਲੇ ਰਹਿੰਦੀ ਹੈ, ਕਿ ਉਸ ਮਾਂ ਨੂੰ ਤੁਸੀਂ ਆਪਣੀ ਗੱਲ ਕਰ ਸਕਦੇ ਹੋ।
खैर मैं अर्ज करा, माता तृप्ता ने भी एक गल आखी सी पुत्र गुरु नानक, तो इतना लंबा समा लोगों के उद्धार वास्ते 8 साल हो गए। पहली उदासी बड़ी लंबी उदासी सी सतगुरां दी। 8 साल बाद आया, कदी तेनों अपनी मां की याद नहीं आई। क्योंकि मां तृप्ता का हाल देखण वाला से, जो इतिहासकारां ने लिखिया कि हर वेले अखां दे विचों नीर वगदा रहिंदा सी, पता नहीं मेरा पुत्र गुरु नानक कित्थे होएगा। भावें गुरु नानक पातशाह आप नारायण कला तार जग में परवरियो, भावें नारायण का रूप धारण करके रब ने उन्होंने भेजा संसार दे विच। जदों अकाल पुरख वाहिगुरू ने गुरु नानक पातशाह की ड्यूटी लाई, सुनी पुकार दातार प्रभु गुरु नानक जग माहे पठाया, कल तारन गुरु नानक आया। पर मां वास्ते गुरु नानक भावें रब नहीं, उहदे वास्ते पुत्र है, ये याद रखना। क्योंकि मां की ममता जुड़ी हुई है, मां का स्नेह जुड़िया होया है। और उस वेले अज वांग साधन कोई नहीं गलबात करन दा। 1 साल उड़ीक कर दी, 2 साल उड़ीक कर दी, 1 महीना 2 महीना साल बदी 8 साल हो गए। इतिहासकारों ने लिखा कि माता तृप्ता 8 साल रोंदी रही अपने पुत्र गुरु नानक भी अजे वापस नहीं पढ़ते। असी वैसे लोग ना इन चीज़ों को समझने का यतन नहीं करते भी गुरु नानक पातशाह का इस देश के वासियों के उत्ते कितना बड़ा परोपकार है कि अपनी माँ के अथरू छड्ड के और संसार के अथरू पुंजन वास्ते गुरु नानक पातशाह गए। एक मां जिहड़ी 8 साल रोई होवे, इतिहासकार लिखते हैं कि माता तृप्ता की अखां की जोत घट गई सी रो रो के। जदों गुरु नानक पातशाह ने सवाल किया, पुत्र कदी मां की याद नहीं आई? कहन लगे मां तां मेरी नाल ही सी। ते मां तृप्ता ने कहा, क्यों मखौल करदा है, मैं कित्थे तेरे नाल सी? मैं तो राय पोह दी तलवंडी विच बैठी हाँ, हो तू पता नहीं कित्थे कित्थे घूमदा रहा। ते उत्थे गुरु साहब जी ने शब्द उचारण किया, आसा राग दा चौथा शब्द है, आसा महला पहला, मत माता संतोख पिता, सत भाई कर एह विसेख। यह शब्द गुरु नानक पातशाह ने उचारण किया। आसा राग दा यह शब्द है। आप कदी इस शब्द नूं पढ़ के देखना। उस दे विच गुरु नानक पातशाह ने सारे रिश्तियां दा जिक्र किया है। मेरी सस कौन है, मेरा सोहरा कौन है, मेरी पत्नी कौन है, मेरे बच्चे कौन है, मेरा भरा कौन है, मेरी माँ कौन है, मेरा पिता कौन है। ते मैं अर्ज कर रहा कि एक माँ जन्म लैंदे सार और मरण तक साडे नाल रहिंदी है, जिसने सानू 9 महीने कुख विच रखिया। जरूरी नहीं कि हर वेले साडे नाल होवे और हर थां ते नाल होवे, पर जे तुहाडा मन करे भी असी अपनी माँ दे नाल गल करनी है, तो गुरु नानक पातशाह कहंदे माता तृप्ता जी नूं कहंदे मेरे कोल माँ नाल सी, मत माता मेरी मत रूपी माँ मेरे हर वेले नाल रहिंदी सी। हुण जदों कोई गल करनी है माँ दे नाल ते अपनी मत दे नाल गल करनी, बड़ी स्पष्ट गल आप जी नूं समझ आ गई होवेगी। इत्थे भी हुण संबोधन कीता, माई हे मेरी माँ, मैं तन पायो हर नाम, हे मेरी मत मैं हरि परमात्मा दा नाम तन हासिल कीता है। मत नूं कहा जा रहा है कि हे मत, हे मां, जदों तो मैं गुरु दी सन पिया ना, तो मैं परमात्मा दा जिहड़ा नाम है वह हासिल कीता है, प्राप्त कीता है। ते होया कि मन मेरो धावन ते छूटियो, कर बैठो विश्राम। हे मां, मेरा मन माया दी खातर दौड़ भज करन तो बच गया। धावन दा अर्थ हुंदा दौड़ना। मेरा मन माया दी खातर दौड़दा फिरदा सी, पर दौड़न तो बच गया। कर बैठो विश्राम।
ਤੇ ਹੁਣ ਮੇਰਾ ਮਨ ਨਾਮ ਤਨ ਵਿੱਚ ਟਿਕਾਣਾ ਬਣਾ ਕੇ ਬਹਿ ਗਿਆ ਹੈ। ਵਿਸਰਾਮ, ਵਿਸਰਾਮ ਦਾ ਅਰਥ ਟਿਕਾਣਾ ਬਹਿ ਕੇ, ਕਿਤੇ ਨਾਮ ਤਨ ਦੇ ਵਿੱਚ ਬਹਿ ਗਿਆ। ਹੁਣ ਉਸ ਨਾਮ ਤਨ ਦੇ ਨਾਲ ਇਸਨੇ ਆਪਣਾ ਟਿਕਾਣਾ ਬਣਾ ਲਿਆ। ਪਹਿਲਾਂ ਦੁਨਿਆਵੀ ਤਨ ਦੇ ਵਿੱਚ ਆਪਣਾ ਟਿਕਾਣਾ ਬਣਾਇਆ ਸੀ ਮਨ ਨੇ, ਤੇ ਹੁਣ ਮੇਰੀ ਮਾਂ, ਹੁਣ ਇਸਨੇ ਟਿਕਾਣਾ ਬਣਾ ਲਿਆ ਮਨ ਨੇ ਨਾਮ ਤਨ ਵਿੱਚ। ਇਹ ਗੱਲ ਯਾਦ ਰੱਖਣਾ ਜੀਵਨ 'ਚ, ਇੱਕ ਧਨ ਦੇ ਵਿੱਚ ਮਨ ਟਿਕੇਗਾ। ਜਿਨ੍ਹਾਂ ਦਾ ਸੰਸਾਰੀ ਤਨ 'ਚ ਟਿਕਿਆ ਉਹਨਾਂ ਦਾ ਮਨ ਨਾਮ ਤਨ ਵਿੱਚ ਨਹੀਂ ਟਿਕੇਗਾ, ਔਰ ਜਿਨ੍ਹਾਂ ਦਾ ਨਾਮ ਤਨ 'ਚ ਮਨ ਟਿਕਿਆ ਉਹਨਾਂ ਦਾ ਸੰਸਾਰੀ ਤਨ 'ਚ ਨਹੀਂ ਟਿਕੇਗਾ। ਇਹ ਆਪਸ ਵਿੱਚ ਬੈਰ ਵਿਰੋਧ ਨੇ। ਇਸ ਨੂੰ ਗੁਰੂ ਸਾਹਿਬ ਨੇ ਇੱਥੇ ਤੱਕ ਲਿਖਿਆ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਤੇ ਨਾਮ ਦਾ ਆਪਸੀ ਵਿਰੋਧ ਹੈ ਪਿਆਰਿਓ। ਇਹ ਦੋਵੇਂ ਇੱਕੋ ਥਾਂ ਤੇ ਨਹੀਂ ਚੀਜ਼ਾਂ ਰਹਿ ਸਕਦੀਆਂ। ਜਾਂ ਤਾਂ ਮਨ ਨਾਮ 'ਚ ਟਿਕੇਗਾ ਜਾਂ ਮਨ ਕਾਮ 'ਚ ਟਿਕੇਗਾ, ਜਾਂ ਮਨ ਹਉਮੈ ਵਿੱਚ ਟਿਕੇਗਾ ਜਾਂ ਮਨ ਉਸ ਪਰਮੇਸ਼ਰ ਵਿੱਚ ਟਿਕੇਗਾ। ਇਹ ਦੋ ਗੱਲਾਂ ਕਦੀ ਨਹੀਂ ਹੋ ਸਕਦੀਆਂ ਕਿ ਅਸੀਂ ਕਹਿ ਲਈਏ ਵੀ ਸਾਡਾ ਮਨ ਜਿਹੜਾ ਉਹ ਨਾਮ 'ਚ ਟਿਕਿਆ। ਫਿਰ ਨਾਮੀ ਮਨੁੱਖ ਦੇ ਜੀਵਨ ਵਿੱਚ ਯਾਦ ਰੱਖਣਾ, ਇਸ ਮਾਇਆ 'ਚ ਉਹਦਾ ਮਨ ਫਿਰ ਟਿਕ ਨਹੀਂ ਸਕਦਾ। ਔਰ ਸਾਡੀ ਕੌਮ 'ਚ ਐਸੇ ਸਤਿਪੁਰਖ ਹੋਏ ਨੇ, ਔਰ ਜਿਨ੍ਹਾਂ ਨੇ ਜਦੋਂ ਨਾਮ ਦੇ ਨਾਲ ਉਹਨਾਂ ਦੀ ਸਾਂਝ ਬਣੀ, ਬਾਣੀ ਨੂੰ ਸਮਝਿਆ, ਬਾਣੀ ਵਿੱਚ ਸਮਾਏ, ਤੇ ਉਹਨਾਂ ਨੇ ਵੱਡੇ ਵੱਡੇ ਪਦ ਜਿਹੜੇ ਸਨ ਉਹ ਠੁਕਰਾ ਦਿੱਤੇ। ਨਹੀਂ ਚਾਹੀਦੇ ਇਹ ਪਦ, ਲੈ ਲਓ ਵਾਪਸ। ਸੰਤ ਅਤਰ ਸਿੰਘ ਇੱਕ ਮਿਸਾਲ ਨੇ ਸਾਡੇ ਕੋਲ, ਬਹੁਤ ਵੱਡਾ ਫੌਜੀ ਰੈਂਕ ਸੀ ਉਹਨਾਂ ਕੋਲ, ਪਰ ਉਹਨਾਂ ਨੇ ਤਿਆਗ ਦਿੱਤਾ। ਹੋਰ ਵੀ ਕਈ ਐਸੇ ਗੁਰਮੁਖ ਸੱਜਣ ਸਾਡੀ ਕੌਮ 'ਚ ਹੋਏ, ਰੱਬ ਦੇ ਪਿਆਰੇ ਹੋਏ, ਜਿਨ੍ਹਾਂ ਨੇ ਵੱਡੇ ਵੱਡੇ ਪਦ ਤਿਆਗੇ। ਜਦੋਂ ਬਾਣੀ ਨਾਲ ਸਾਂਝ ਬਣ ਗਈ, ਇਹ ਨਾਮ ਦਾ ਤਨ ਪ੍ਰਾਪਤ ਹੋ ਗਿਆ, ਜਦੋਂ ਉਹਨਾਂ ਨੂੰ ਸਮਝ ਆ ਗਈ ਕਿ ਇਸ ਨਾਮ ਤਨ 'ਚ ਕੀ ਤਾਕਤ ਹੈ, ਉਹਨਾਂ ਨੇ ਆਖਿਆ, ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਆਖਦੇ ਨੇ, ਵਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਦਤਾ ਆਦਰੋ ਉਦਿਆਨ ਪਰਮੰਨਾ, ਇਠ ਨਾ ਮਿਤ ਤਨ ਰੂਪਹੀਨ ਕੇ ਸਾਕ ਨਾ ਸੰਨਾ। ਕਹਿੰਦੇ ਨੇ ਸਤਿਗੁਰੂ, ਰਾਜਾ ਸਕਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਜਿਨ੍ਹਾਂ ਦਾ ਮਨ ਨਾਮ 'ਚ ਭਿੱਜ ਗਿਆ ਨਾ, ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਨੇ, ਤੇ ਉਹਨਾਂ ਨੇ ਸੰਸਾਰ ਦੇ ਰਾਜਪਾਟ ਨੂੰ ਠੋਕਰਾਂ ਮਾਰ ਦਿੱਤੀਆਂ। ਨਹੀਂ ਚਾਹੀਦਾ ਇਹ ਰਾਜਪਾਟ। ਨਵਾਬ ਕਪੂਰ ਸਾਡੇ ਕੋਲ ਮਿਸਾਲ ਹੈ, ਹਰੀ ਸਿੰਘ ਨਲਵਾ ਵਰਗੇ ਸਾਡੇ ਕੋਲ ਮਿਸਾਲਾਂ ਨੇ ਕੌਮ ਦੇ ਅੰਦਰ। ਹੋਰ ਬੇਅੰਤ ਐਸੇ ਮਰਜੀਵੜੇ ਨੇ ਸਿੱਖੀ ਦੇ ਅੰਦਰ, ਜਿਨ੍ਹਾਂ ਨੇ ਨਾਮ ਤਨ ਨੂੰ ਜਦੋਂ ਪ੍ਰਾਪਤ ਕੀਤਾ ਨਾ, ਫਿਰ ਉਹਨਾਂ ਦਾ ਮਨ ਜਿਹੜਾ ਉਹ ਸੰਸਾਰੀ ਤਨ 'ਚ ਨਹੀਂ ਜੁੜਿਆ, ਕਿਰਤ ਨਹੀਂ ਛੱਡੀ। ਇੱਕ ਹੋਰ ਯਾਦ ਰੱਖਣਾ, ਸਿੱਖੀ ਦੀ ਖੂਬੀ ਇਹ ਹੈ ਕਿ ਕਿਰਤ ਸਾਰੇ ਕਰਦੇ ਰਹੇ। ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਕਿਰਤਾਂ ਕੀਤੀਆਂ। ਇੱਥੇ ਤੱਕ ਕਿ ਜਦੋਂ ਮੋਦੀ ਖਾਨਾ ਕਰ ਰਹੇ ਸਨ ਗੁਰੂ ਨਾਨਕ ਪਾਤਸ਼ਾਹ, ਬਾਬਾ ਨਾਨਕ ਜੀ ਦੇ ਪਿਤਾ ਮਹਿਤਾ ਕਾਲੂ ਜੀ ਆਉਂਦੇ ਨੇ, ਕਹਿੰਦੇ ਪੁੱਤਰ ਹੁਣ ਤਾਂ 2 ਸਾਲ ਹੋ ਗਏ ਨੇ ਤੇ ਬੜਾ ਧਨ ਇਕੱਠਾ ਕਰ ਲਿਆ ਹੋਏਗਾ। ਕਹਿੰਦੇ ਹਾਂ ਬਾਪੂ, ਬੜਾ ਧਨ ਕਮਾਇਆ। ਕਿਉਂਕਿ ਚਰਚਾ ਤੇ ਹੋ ਹੀ ਰਹੀ ਸੀ ਲੋਕਾਂ ਵਿੱਚ ਵੀ ਬੜਾ ਧਨ ਮਿਲਦਾ ਮੋਦੀ ਨੂੰ, ਜਿਹੜਾ ਕਿ ਇੰਚਾਰਜ ਹੁੰਦਾ। ਔਰ ਅੱਜ ਵਰਗੇ ਜੇ ਇੰਚਾਰਜ ਹੁੰਦੇ ਨਾ, ਜਿਵੇਂ ਖਜ਼ਾਨਿਆਂ ਦੇ ਇੰਚਾਰਜ ਨੇ ਜਾਂ ਕੈਬਨਿਟ ਵਿੱਚ ਖਜ਼ਾਨਿਆਂ ਦੇ ਮੰਤਰੀ ਨੇ, ਉਹ ਦੁਨੀਆ ਭਰ ਦਾ ਧਨ ਇਕੱਠਾ ਕਰ ਲੈਂਦੇ ਨੇ। ਜੇ ਬਾਬੇ ਨਾਨਕ ਦੀ ਥਾਂ ਤੇ ਕੋਈ ਹੋਰ ਹੁੰਦਾ ਤੇ ਇਹਦੇ ਵਿੱਚ ਕੋਈ ਡਾਊਟ ਨਹੀਂ, ਉਸ ਵੇਲੇ ਵੀ ਉਹ ਲੱਖੋਂ ਰੁਪਇਆ ਗਵਨ ਕਰ ਚੁੱਕਿਆ ਹੁੰਦਾ। ਪਰ ਬਾਬੇ ਨਾਨਕ ਨੇ ਕਿਹਾ ਬੜਾ ਧਨ ਆਉਂਦਾ ਤੇ ਫਿਰ ਲਾ ਸਾਨੂੰ ਵੀ ਕੁਝ ਦੇ ਦੇ। ਪਿਤਾ ਦੀ ਕਿਉਂਕਿ ਇੱਕ ਬਿਰਤੀ ਹੈ, ਉਹ ਪੁੱਤਰ ਕੋਲੋਂ ਕੇਵਲ ਧਨ ਦੀ ਕਾਮਨਾ ਰੱਖਦਾ ਵੀ ਧਨ ਮਿਲਣਾ ਚਾਹੀਦਾ ਪੁੱਤਰ ਕੋਲੋਂ। ਹੁਣ ਪਿਤਾ ਨੂੰ ਇੱਕ ਗੱਲ ਬੜੀ ਪਿਆਰੀ ਕਹੀ, ਪਿਤਾ ਜੀ ਗੱਲ ਠੀਕ ਹੈ ਤੁਹਾਡੀ। ਕਹਿੰਦੇ ਇਤ ਆਵਤ ਹੈ ਇਤ ਹੂੰ ਚਲ ਜਾਈ। ਇਧਰੋਂ ਆਉਂਦਾ ਹੈ ਪਿਤਾ, ਇਧਰੋਂ ਚਲਾ ਜਾਂਦਾ। ਧਨ ਆਉਂਦਾ ਵੀ ਬੜਾ, ਜਾਂਦਾ ਵੀ ਬੜਾ, ਇਹਦੇ ਵਿੱਚ ਕੋਈ ਡਾਊਟ ਨਹੀਂ, ਬੜਾ ਧਨ ਆਉਂਦਾ ਹੈ, ਪਰ ਇਧਰੋਂ ਆਉਂਦਾ, ਇਧਰੋਂ ਨਾਲ ਚਲਾ ਜਾਂਦਾ। ਪੁੱਤਰ ਜੋੜਿਆ ਕੁਛ ਨਹੀਂ, ਕੀ ਕਰਾਂ, ਜੁੜਦਾ ਹੀ ਨਹੀਂ। ਕੀ ਕਰਾਂ, ਜੁੜਦਾ ਹੀ ਨਹੀਂ। ਆਉਂਦਾ ਵੀ ਹੈ ਪਰ ਦੂਜੇ ਪਾਸੇ ਚਲਾ ਜਾਂਦਾ। ਕਿਉਂਕਿ ਜਿਸਨੇ ਸੇਵਾ ਕਰਨੀ ਹੋਈ, ਖਿਆਲ ਰੱਖਣਾ ਉਹਦੇ ਕੋਲ ਧਨ ਕਿੱਥੇ ਟਿਕੇਗਾ। ਕਿਉਂਕਿ ਬਾਬਾ ਨਾਨਕ ਦਾ ਮਿਸ਼ਨ ਤਾਂ ਸੇਵਾ ਹੈ, ਬਾਬੇ ਨਾਨਕ ਦਾ ਮਿਸ਼ਨ ਤਾਂ ਸਿਮਰਨ ਹੈ। ਬਾਬੇ ਨਾਨਕ ਨੇ ਸਭ ਕੁਝ ਵੰਡਿਆ ਆਪਣੀ ਜ਼ਿੰਦਗੀ 'ਚ।
इस करके गुरदेव पिता आखन लगे कि जिन्हां दा मन उस अकाल पुरख वाहिगुरू दे नाम धन नाल जुड़ गया ना, ते वो फिर माया दी खातर जिहड़ा मन दौड़ रहा सी ना, उहदी दौड़ भज रुक जांदी है। इत्थे कह रहे ने, माई मैं तन पायो हर नाम, मन मेरो धावन ते छूटियो, कर बैठो विश्राम। अगले वचन कीते ये राह दा पता है। फिर कहन लगे, माया ममता तन ते भागी। हे मेरी मां, माया ममता गुरु की कृपा दे नाल मेरे अंदर सुध स्वरूप जदों परमात्मा बैठ गया ना, जो उपजियो निर्मल ज्ञान उपजया ना, सुध स्वरूप परमात्मा का ज्ञान प्रगट होया, ते माया ममता तन ते भागी। कहन लगे ये माया की जिहड़ी अपना सी ना, लालसा सी, ये मेरे जीवन विचों दौड़ गई, दूर चली गई। माया की अपनत जिन्ना परमात्मा का ज्ञान देखो, माया होनी माड़ी नहीं। माया की अपनत जिहड़ी ममता है कि ये सह मेरी है, ये घर मेरा है, परिवार मेरा है, ये पैसे मेरे ने, ये जिहड़ी अपनत है, इसनूं गुरबाणी ने प्रवान नहीं किया। इसनूं मन के माया ममता मोहनी, जिन बिन दंता जग खाया, मनमुख खादे गुरमुख उबरे, जिनी सच नाम चित लाया। माया की अपनत गुरु साहब कहते ये धन वरतन वास्ते दिता, घर तेरे कोल बड़ा सुंदर होवे, पर यह ना कहीं मेरा है। तेरे कोल कार बड़ी चंगी होवे, पर यह ना आखी ये कार मेरी है। ਇਹਦੇ नाल अपनत ना रखी, इसका लालच ते लालसा ना रखी, क्योंकि जदों माया की अपनत जुड़ जाती है, ये सह मेरी है, उत्थे ही अहंकार का जन्म होना शुरू हो जाता है। जदों मैं कहना मैं ही तो अहंकार है, गुरबाणी कहती मैनू छड्ड दे। महाराज कहते जदों तो उपजियो निर्मल ज्ञान, आओ कि गुरु की कृपा दे नाल शुद्ध स्वरूप परमात्मा नाल डूंगी सांझ बन गई, ज्ञान उपज गया, ते माया ममता तन ते भागी। माया की अपनत मेरे तन विचों दूर हो गई, नस गई। फिर कहने लगे, लोभ मोह एह परस न साकै, गही भगत भगवान। महाराज कहने लगे जदों तो मैं भगवान की भगती हिरदे विच वसाई है, गही का अर्थ है फड़ी, भगत का अर्थ है भगती, भगवान का अर्थ है परमात्मा की। आखन लगे जदों तो मैं भगवान की भगती अपने हिरदे विच वसाई है, हिरदे विच फड़ी है, कहंदे ने की होया, लोभ मोह ए परस ना सकै। लोभ अते मोह ए मेरे उत्ते अपना जोर नहीं पा सकते, मैनूं छू नहीं सकते। पिछे भी गुरु तेग बहादुर महाराज का शब्द पढ़ के आए सां असीं। महाराज कहंदे, आसा मनसा सगल त्यागै, जगते रह निराशा, काम क्रोध जे परसै नाहन, ते कट ब्रह्म निवासा। जे तैनूं नहीं ना छुंदे फिर तेरे घट विच ब्रह्म का निवास हो जाएगा। इत्थे कहण लगे जदों परमात्मा की भगती हिरदे च वसाई है ना, ते लोभ मोह ये मेरे जीवन विच कहते ने सारे हुण परसदे नहीं हन, छुंदे नहीं हन, ये सारे दे सारे अपना जोर नहीं पा सकते। एक गल याद रखना, इन्हां विकारां दा जोर उत्थे चलदा है जिथे नाम नहीं है, जिथे प्रभु की बंदगी नहीं है, जिथे सेवा नहीं है। जिथे सेवा आ गई, रब का नाम आ गया, गुरु का डर जीवन च पैदा हो गया, रब्बा मेरे सतगुर तू मेरे कर्मां नूं वेख रहे, उत्थे ये चीज़ां फिर जोर नहीं पा सकदी। जीवन च गल हमेशा याद रखना, ये चीज़ां गुरमुख कोल भी आउंदियां ने, दुख गुरमुख कोल भी आउंदे ने, पर गुरमुख कोल दुख ज़्यादा समा नहीं रहिंदे। उसका कारण है क्योंकि अंदर दुख नूं रहण वास्ते जगह नहीं गुरमुख कोल। एक बार उच्चारण करो, सतनाम। उहदे कोल जगह कोई नहीं। हुण जिथे जगह ही नहीं, उत्थे दुख टिक किथे सकदा है। ये सारियां चीज़ां उत्थे टिकदियां जिथे थां मिल जाए ना। निंदा है, चुगली है, मेर तेर है, माया की अपनत है, उत्थे टिकेगी जिथे हिरदे विच जगह है। जिस हिरदे च इन्हां वास्ते थां नहीं, उत्थे नहीं ये चीज़ां टिक सकदियां। गुरु तेग बहादुर महाराज समझाने लगे, फिर कहने लगे, जन्म जन्म का संसा चूका, रतन नाम जब पाया। हे मेरी मां, जदों तो गुरु की कृपा नाल परमात्मा का अमोलक नाम मैं लभ लिया। पाया का अर्थ है जदों तो लभ्या परमात्मा का नाम। की होया, जन्म जन्म का संसा चुका। कहते जन्म जन्मांतरां का जिहड़ा सहम सी ना, वो दूर हो गया, अंदर कोई डर नहीं रहा। एक गल याद रखना, सानू सहम डराउंदा है।
ਸਾਡੇ ਅੰਦਰ ਸੰਸੇ ਨੇ, ਉਹੀ ਸਾਨੂੰ ਡਰਾਉਂਦੇ ਨੇ। ਔਰ ਯਾਦ ਰੱਖਣਾ, ਅੱਜ ਬਹੁਤੀਆਂ ਮੌਤਾਂ ਦਾ ਕਾਰਨ ਸਿਰਫ ਸੰਸਾ ਹੈ, ਸਹਿਮ ਹੈ, ਡਰ ਹੈ। ਜੇ ਸਾਡੇ ਜੀਵਨ ਚੋਂ ਡਰ ਮੁੱਕ ਗਿਆ ਤਾਂ ਸਾਡੇ ਜੀਵਨ ਦੇ ਵਿੱਚੋਂ ਸਹਿਮ ਮੁੱਕਦੇ ਇਹ ਸਾਰੀਆਂ ਚੀਜ਼ਾਂ ਪਾਸੇ ਹੋ ਜਾਂਦੀਆਂ। ਇਸ ਕਰਕੇ ਗੁਰਬਾਣੀ ਨੇ ਸਾਨੂੰ ਐਸੀ ਵਿਚਾਰ ਦਿੱਤੀ ਕਿ ਮਾਰੈ ਰਾਖੈ ਏਕੋ ਆਪ, ਮਾਨੁ ਕੈ ਕਿਛ ਨਾਹੀ ਹਾਲ। ਗੁਰੂ ਸਾਹਿਬ ਨੇ ਕਿਹਾ ਕਿ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਪਰ ਤੁਸੀਂ ਕਹੋਗੇ ਵੀ ਕਿ ਬੰਦੇ ਮਰ ਕਿਉਂ ਰਹੇ ਨੇ? ਜਦੋਂ ਤੁਸੀਂ ਜਲਾਦਾਂ ਦੇ ਅੱਗੇ ਆਪਣਾ ਆਪ ਪੇਸ਼ ਕਰੋਗੇ ਤੇ ਮਰਨ ਤੋਂ ਸਿਵਾ ਹੋਰ ਚਾਰਾ ਕੀ ਹੈ? ਹੁਣ ਭਗਵਾਨ ਨਹੀਂ ਬੈਠੇ ਉੱਤੇ, ਉੱਥੇ ਜਲਾਦ ਬੈਠੇ ਹੋਏ ਕਿਡਨੀਆਂ ਕੱਢਣ ਵਾਸਤੇ। ਹੁਣ ਭਗਵਾਨ ਨਹੀਂ ਰਹੇ। ਭਗਵਾਨ ਹੈਗੇ ਨੇ, ਉਹਨਾਂ ਵਿੱਚ ਵੀ ਹੈਗੇ ਨੇ, ਅਜੇ ਬਿਰਲੇ ਬਿਰਲੇ ਨੇ, ਕੋਈ ਕੋਈ ਹੈਗਾ ਜੀ ਵੀ। ਐਸੀ ਗੱਲ ਨਹੀਂ, ਬੀਜ ਨਾਸ ਕਦੀ ਨਹੀਂ ਹੁੰਦਾ ਔਰ ਕਿਸੇ ਲਾਈਨ ਵਿੱਚੋਂ ਨਹੀਂ ਹੁੰਦਾ। ਇਹ ਹਮੇਸ਼ਾ ਯਾਦ ਰੱਖਣਾ। ਪਰ ਜਲਾਦ ਦਾ ਕੰਮ ਕੀ ਹੁੰਦਾ? ਜਿਹਨੂੰ ਤੁਸੀਂ ਕਸਾਈ ਕਹਿੰਦੇ ਹੋ, ਕਸਾਈ ਦਾ ਕੰਮ ਤਾਂ ਇਹ ਵੱਢਣਾ। ਹੁਣ ਜਿਹੜਾ ਬੰਦਾ ਆਪਣੇ ਆਪ ਨੂੰ ਕਸਾਈ ਦੇ ਅੱਗੇ ਪੇਸ਼ ਕਰੇ, ਕਸਾਈ ਕਿਸੇ ਦਾ ਰੂਪ ਰੰਗ ਨਹੀਂ ਦੇਖਦਾ, ਕਿਸੇ ਦੀ ਜਾਤ ਨਹੀਂ ਦੇਖਦਾ। ਕਸਾਈ ਦੇ ਅੱਗੇ ਜੋ ਆ ਗਿਆ ਉਹਨੇ ਵੱਢ ਦੇਣਾ। ਪਰ ਸਾਡੇ ਅੰਦਰ ਸਹਿਮ, ਸਾਡੇ ਅੰਦਰ ਸੰਸਾ, ਇਹ ਸਾਰੀਆਂ ਚੀਜ਼ਾਂ ਪੈਦਾ ਹੋ ਗਈਆਂ। ਕਿਉਂ? ਕਿਉਂਕਿ ਅਸੀਂ ਪਰਮਾਤਮਾ ਦੇ ਭਰੋਸੇ ਨਹੀਂ। ਰਤਨ ਨਾਮ ਜਪਾਇਆ, ਸਾਡੇ ਅੰਦਰ ਪਰਮਾਤਮਾ ਦਾ ਅਮੋਲਕ ਨਾਮ ਸਾਨੂੰ ਲੱਭਿਆ ਹੀ ਨਹੀਂ, ਅਜੇ ਭਰੋਸਾ ਹੀ ਨਹੀਂ ਹੁੰਦਾ ਨਾਮ ਦੇ ਉੱਤੇ। ਇਸ ਗੱਲ ਦੇ ਉੱਤੇ ਸਾਡਾ ਭਰੋਸਾ ਹੀ ਨਹੀਂ ਕਿ ਜਿਸ ਕਾ ਸਾਹਿਬ ਡਾਡਾ ਹੋਏ, ਜਿਹਦਾ ਸਾਹਿਬ ਡਾਡਾ ਨੂੰ ਕੋਈ ਮਾਰ ਨਹੀਂ ਸਕਦਾ। ਮਾਰੇ ਰੱਖੇ ਏਕੋ ਆਪੇ, ਵਿਚਾਰਾਂ ਸਾਡੇ ਅੰਦਰ ਹੈ ਹੀ ਨਹੀਂ। ਅਸੀਂ ਕਿਸੇ ਹੱਦ ਤੱਕ ਆਪਣੇ ਆਪ ਨੂੰ ਇਹਨਾਂ ਵਿਚਾਰਾਂ ਦੇ ਵਿੱਚ ਲੈ ਕੇ ਆਈਏ। ਗੁਰਬਾਣੀ ਨੇ ਸਾਨੂੰ ਐਡਾ ਖਜ਼ਾਨਾ ਦਿੱਤਾ। ਅਸੀਂ ਜੋ ਸਭ ਕੁਝ ਸੁਣਦੇ ਉਹ ਹਾਂ, ਜੋ ਸਾਨੂੰ ਜੋ ਇਹ ਜਾਲ ਸੰਸਾਰ ਦਾ, ਇਸ ਦੇ ਵਿੱਚ ਫਸਦੇ ਹਾਂ ਅਸੀਂ। ਕਈ ਖਬਰਾਂ ਆਉਂਦੀਆਂ ਨੇ ਸਵੇਰ ਤੋਂ ਸ਼ਾਮ ਤੱਕ ਦਾਸ ਦੇ ਕੋਲ ਕਿ ਸਵੇਰੇ ਤੋਂ ਸ਼ਾਮ ਤੱਕ ਟੀਵੀ ਵੇਖਿਆ ਤੇ ਸ਼ਾਮ ਤੱਕ ਉਹੀ ਹਾਲਤ ਬਣ ਗਈ ਸਰੀਰ ਦੀ ਜੋ ਖਬਰਾਂ ਸੁਣ ਰਹੇ ਸਨ ਕਿ ਇਸ ਤਰ੍ਹਾਂ ਸਾਹ ਫੁੱਲ ਰਿਹਾ, ਇਸ ਤਰ੍ਹਾਂ ਬੁਖਾਰ ਚੜ ਰਿਹਾ। ਚੰਗੀ ਭਲੀ ਬੀਬੀ ਕੋ ਕਹਿੰਦੇ ਸਵੇਰ ਤੋਂ ਸ਼ਾਮ ਤੱਕ ਖਬਰਾਂ ਦੇਖਦੇ ਤੇ ਸ਼ਾਮ ਨੂੰ ਉਹੀ ਹਾਲਤ ਬਣ ਗਈ। ਮੈਂ ਕਹਿੰਦਾ ਤੁਸੀਂ ਜਪਜੀ ਸਾਹਿਬ ਪੜ੍ਹ ਲਓ, ਤੁਸੀਂ ਨਿਤਨੇਮ ਕਰ ਲਓ, ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਭਲਿਓ ਆਸਾ ਕੀ ਆਵਾਜ਼ ਸੁਣ ਲਓ, ਕਿਤੇ ਚੰਗੇ ਪਾਸੇ ਮੈਨੂੰ ਲਾਓ। ਹਰ ਵੇਲੇ ਉਹਨਾਂ 'ਚ ਖਬਰਾਂ 'ਚ ਪਾਇਆ ਹੋਇਆ। ਘੱਟੋ ਘੱਟ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰੋ। ਤੁਹਾਡੇ ਕੋਲ ਤਾਂ ਇਤਨਾ ਖਜ਼ਾਨਾ ਬਾਪੂ ਦਾ, ਸਹਿਜ ਪਾਠ ਕਰੋ ਆਪਣੇ। ਜੇ ਤੁਹਾਡੇ ਕੋਲ ਟਾਈਮ ਮਿਲਦਾ ਹੈ, ਜੇ ਲੋਕਡਾਊਨ ਹੈ ਨਾ, ਤੇ ਸਹਿਜ ਪਾਠ ਕਰ ਲਓ, ਗੁਰਬਾਣੀ ਪੜ੍ਹ ਲਓ। ਜ਼ਰੂਰੀ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕੀ ਮਿਲੇਗਾ ਤੁਹਾਨੂੰ ਉੱਥੇ ਖਬਰਾਂ 'ਚ? ਜਿਹੜੇ ਖਬਰਾਂ ਦੇਖਦੇ ਉਹਨਾਂ ਨੇ ਕੀ ਕੱਢ ਲਿਆ, ਉਸ ਦੇ ਵਿੱਚੋਂ ਕੀ ਨਤੀਜਾ ਮਿਲਿਆ? ਕਿਹੜੇ ਨਤੀਜੇ ਤੇ ਪਹੁੰਚੇ ਲੋਕ? ਕਿਤੇ ਵੀ ਨਹੀਂ। ਜਾਂ ਪਹੁੰਚੇ ਹੋਣ ਤਾਂ ਮੈਨੂੰ ਇੱਕ ਅੱਧਾ ਲੱਭ ਕੇ ਦਿਖਾ ਦਿਓ ਵੀ ਬੰਦਾ ਇਸ ਨਤੀਜੇ ਤੇ ਪਹੁੰਚਿਆ, ਕੋਈ ਸਿੱਖਿਆ ਹੋਵੇ ਉਹਨਾਂ ਤੋਂ। ਇਸ ਕਰਕੇ ਆਪਣੇ ਮਨੋਂ ਵੱਲ ਨੂੰ ਡਿੱਗਣ ਦੀ ਲੋੜ ਨਹੀਂ। ਸਾਨੂੰ ਗੁਰਬਾਣੀ ਦੀ ਇਹ ਵਿਚਾਰਧਾਰਾ ਜੋ ਗੁਰੂ ਤੇਗ ਬਹਾਦਰ ਮਹਾਰਾਜ ਸਮਝਾ ਰਹੇ ਨੇ ਕਿ ਜਨਮ ਜਨਮ ਕਾ ਸੰਸਾ ਚੁਕਾ, ਰਤਨ ਨਾਮ ਜਪ ਪਾਇਆ, ਤੇ ਆਖਣ ਲਗੇ ਤ੍ਰਿਸ਼ਨਾ ਸਗਲ ਵਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ। ਗੁਰੂ ਸਾਹਿਬ ਕਹਿੰਦੇ ਨੇ ਕਿ ਮੇਰੇ ਮਨ ਵਿੱਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ। ਹੁਣ ਮੈਂ ਉਸ ਆਨੰਦ ਵਿੱਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਆਨੰਦ ਹੈ, ਹਮੇਸ਼ਾ ਨਾਲ ਰਹਿਣ ਵਾਲਾ। ਸਾਨੂੰ ਤੇ ਗੁਰੂ ਨੇ ਦਿੱਤਾ ਹੀ ਆਨੰਦ ਸੀ ਨਾ। ਸਾਨੂੰ ਤੇ ਕਿਹਾ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਮਿਲ ਗਿਆ, ਸਿੱਖ ਕਹਿੰਦਾ ਆਨੰਦ ਆ ਗਿਆ। ਅਨੰਦਪੁਰ ਸਾਹਿਬ ਐਵੇਂ ਨਹੀਂ ਸੀ ਬਸਿਆ। ਗੁਰੂ ਤੇਗ ਬਹਾਦਰ ਨੂੰ ਆਖਿਆ ਗਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਪੁੱਤਰ ਕੀ ਸਿੱਖਿਆ 5-6 ਸਾਲਾਂ ਦੇ ਵਿੱਚ? ਬਸ ਉਸ ਵੇਲੇ ਆਨੰਦ ਸਾਹਿਬ ਦਾ ਪਾਠ ਸੁਣਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਆਖਣ ਲੱਗੇ ਪੁੱਤਰ ਇਸ ਨਗਰੀ ਦਾ ਨਾਮ ਨਾਨਕੀ ਚੱਕ ਸੀ, ਤੇ ਪਰ ਅੱਜ ਤੋਂ ਇਸ ਦਾ ਨਾਮ ਅਨੰਦਪੁਰ ਸਾਹਿਬ। ਅੱਜ ਤੋਂ ਨਾਮ ਅਨੰਦਪੁਰ ਸਾਹਿਬ ਤਾਂ ਰੱਖਿਆ ਸੀ ਸਤਿਗੁਰ ਨੇ, ਅਨੰਦਪੁਰ ਸਾਹਿਬ ਨਾਮ। ਵੀ ਇੱਥੇ ਜਿਹੜਾ ਅਨੰਦਪੁਰ ਸਾਹਿਬ ਦਾ ਨਾਮ ਹੀ ਲਏਗਾ ਉਹਦੀ ਜ਼ਿੰਦਗੀ ਆਨੰਦ ਆਵੇਗਾ। ਗੁਰੂ ਸਾਹਿਬ ਨੇ ਸਾਨੂੰ ਨਾਮ ਹੀ ਇਦਾਂ ਦੇ ਦਿੱਤੇ।
ਅੰਮ੍ਰਿਤਸਰ, ਤਰਨ ਤਾਰਨ, ਕੀਰਤਪੁਰ ਸਾਹਿਬ, ਕਿਤੇ ਦੇਖੋ ਨਾ ਤੁਸੀਂ ਹਰ ਇੱਕ ਨਾਮ ਜਿਹੜਾ ਕਰਤਾਰਪੁਰ ਸਾਹਿਬ, ਗੋਇੰਦਵਾਲ ਸਾਹਿਬ, ਖੰਡੂਰ, ਕੋਈ ਵੀ ਨਾਮ ਐਸਾ ਦੱਸੋ ਜਿਹੜਾ ਨਾਮ ਜਿਹੜਾ ਉਹ ਰੂਹਾਨੀ ਜੀਵਨ ਨਹੀਂ ਪ੍ਰਗਟ ਕਰ ਰਿਹਾ। ਤੇ ਅੱਜ ਤਾਂ ਅਸੀਂ ਬੱਚਿਆਂ ਦੇ ਨਾਮ ਵੀ ਰੂਹਾਨੀ ਨਹੀਂ ਰੱਖ ਰਹੇ। ਚਿੰਕੂ ਮਿੰਕੂ ਤਾਂ ਨਾਮ ਰੱਖ ਕੇ ਬਹਿ ਜਾਂਦੇ, ਉਤੋਂ ਕੀ ਰੂਹਾਨੀਅਤ ਪ੍ਰਗਟ ਹੋਏਗੀ। ਚਾਹੀਦਾ ਤੇ ਇਸੇ ਕਿ ਅਸੀਂ ਰੂਹਾਨੀ ਨਾਮ ਗੁਰਬਾਣੀ ਦੇ ਵਿੱਚੋਂ ਲੱਭ ਕੇ ਰੱਖਦੇ। ਫਿਰ ਮਹਾਰਾਜ ਲਾਸਟ ਪੰਕਤੀਆਂ 'ਚ ਕਹਿ ਰਹੇ ਨੇ, ਜਾ ਕੋ ਹੋਤ ਦਿਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ। ਹੇ ਮੇਰੀ ਮਾਂ, ਕਿਰਪਾ ਦਾ ਖਜ਼ਾਨਾ ਜਿਹੜਾ ਗੋਬਿੰਦ ਹੈ ਨਾ, ਜਿਸ ਮਨੁੱਖ ਦੇ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਤੇ ਗੁਣ ਗਾਉਂਦਾ ਰਹਿੰਦਾ ਹੈ। ਜਾ ਕੋ ਹੋਤ ਦਿਆਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ, ਉਹ ਗੋਬਿੰਦ ਦੇ ਗੁਣ ਗਾਉਂਦਾ ਹੈ। ਕਹੋ ਨਾਨਕ ਇਹ ਵਿਦ ਕੀ ਸੰਪੈ ਕੋ ਗੁਰਮੁਖ ਪਾਵੇ। ਹੇ ਨਾਨਕ ਆਖ, ਹੇ ਮੇਰੀ ਮਾਂ, ਕੋਈ ਵਿਰਲਾ ਮਨੁੱਖ ਹੈ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ। ਇਹ ਜਿਹੜੀ ਸੰਪਤੀ ਹੈ ਨਾ, ਕਹੋ ਨਾਨਕ ਇਹ ਵਿਦ ਕੀ ਸੰਪੈ, ਇਸ ਵਿਦ ਦੀ, ਇਸ ਢੰਗ ਦੀ ਸੰਪਤੀ, ਨਾਮ ਰੂਪੀ ਰੂਹਾਨੀ ਜੀਵਨ ਵਾਲੀ, ਨਿਡਰਤਾ ਵਾਲੀ, ਜਿੱਥੇ ਕੋਈ ਸਹਿਮ ਨਾ ਰਵੇ। ਇਹ ਛੋਟੀ ਮੋਟੀ ਸੰਪਤੀ ਨਹੀਂ, ਤੁਹਾਡੇ ਕੋਲ ਸਭ ਤੋਂ ਵੱਡਾ ਖਜ਼ਾਨਾ ਹੈ। ਇੱਕ ਬੰਦੇ ਕੋਲ ਅਰਬੋਂ ਰੁਪਏ ਨੇ, ਤੁਹਾਡੇ ਕੋਲ ਇਹ ਬਿਲਕੁਲ ਭਰਮ ਨਹੀਂ, ਕੋਈ ਸੰਸਾ ਨਹੀਂ ਤੁਹਾਡੇ ਜੀਵਨ 'ਚ। ਯਾਦ ਰੱਖਣਾ, ਤੁਹਾਡੇ ਕੋਲ ਵੱਡਾ ਖਜ਼ਾਨਾ ਹੈ। ਜੇ ਤੁਸੀਂ ਸੰਸੇ ਤੋਂ, ਸਹਿਮ ਤੋਂ, ਇਹਨਾਂ ਚੀਜ਼ਾਂ ਤੋਂ ਬਚ ਗਏ। ਇੱਕ ਅਰਬਪਤੀ ਜਿਹੜਾ ਸਹਿਮ ਹੋਏਗਾ, ਤੁਹਾਡੇ ਅੰਦਰ ਕੋਈ ਸਹਿਮ ਨਹੀਂ ਹੋਏਗਾ, ਉਹਦੀ ਅਰਬ ਮਾਇਆ ਵੀ ਕਿਸੇ ਕੰਮ ਨਹੀਂ ਆਣੀ। ਔਰ ਤੁਹਾਡੇ ਕੋਲ ਦਿੱਤਾ ਹੋਇਆ ਨਾਮ ਉਹ ਤੁਹਾਡੀ ਜ਼ਿੰਦਗੀ ਦਾ ਆਧਾਰ ਬਣ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਕਹੋ ਨਾਨਕ ਇਹ ਵਿਦ ਕੀ ਸੰਭੈ, ਹੈ ਨਾਨਕ ਆਖ, ਹੈ ਮੇਰੀ ਮਾਂ, ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨਵਾਨ ਹੁੰਦਾ ਹੈ। ਤੇ ਕੀ ਹੁੰਦਾ ਹੈ? ਕੋ ਗੁਰਮੁਖ ਪਾਵੇ, ਕੋਈ ਵਿਰਲਾ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਇਹ ਨਾਮ ਧਨ ਹਾਸਲ ਕਰਦਾ ਹੈ। ਗੁਰੂ ਚਰਨਾਂ 'ਚ ਅਰਦਾਸ ਕਰੋ ਮਹਾਰਾਜ, ਵੀ ਸੱਚੇ ਪਾਤਸ਼ਾਹ ਜੇ ਤੂੰ ਟੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾਂ ਪਾਈ ਮੂੰ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਇਹ ਦਾਤ ਨਾਮ ਦੀ ਹਿਰਦੇ 'ਚ ਪਾ ਦੇ, ਤਾਂ ਕਿ ਤੇਰੇ ਨਾਮ ਨੂੰ ਮੈਂ ਸੰਭਾਲ ਕੇ ਰੱਖ ਸਕਾਂ, ਜੀਵਨ ਸਫਲ ਹੋ ਸਕੇ। ਇਤਨੇ ਵਚਨ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੇ ਆਪ।